ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਅੱਜ ਚੰਦ ਨਹੀਂ ਚੜਿਆ ਪਰ ਚੰਦਾ ਸੁੰਦਰਤਾ ਨਿਰੀ, ਤੇਰੀ ਹੀ ਤਾਂ ਮੁਹਤਾਜ ਨਹੀਂ। ਸੁੰਦਰਤਾ ਇੱਕ ਇਲਾਹੀ ਜਲਵਾ ਹੈ, ਕਦੇ ਤੇਰੇ ਵਿੱਚੋਂ ਝਾਤੀਆਂ ਮਾਰਦੀ ਹੈ, ਕਦੇ ਬਹਿੰਦੇ ਪਾਣੀਆਂ ਵਿੱਚੋਂ ਝਾਕ ਦਿੰਦੀ ਹੈ, ਕਦੇ ਪਹਾੜਾਂ ਵਿੱਚੋਂ ਉਮਲ ਪੈਂਦੀ ਹੈ, ਕਦੇ ਵਨਸਪਤੀ ਵਿੱਚੋਂ ਮੌਲ ਉੱਠਦੀ ਹੈ, ਕਦੇ ਬਿਜਲੀ ਦੀ ਡਰਾਉਣੀ ਗੜਗੱਜ ਵਿੱਚੋਂ ਲਿਸ਼ਕਾਰਾ ਮਾਰ ਜਾਂਦੀ ਹੈ, ਕਦੇ ਸਮੁੰਦਰ ਦੀਆਂ ਲਹਿਰਾਂ ਵਿੱਚੋਂ ਤਰ ਆਉਂਦੀ ਹੈ, ਕਦੇ ਗਲੇ ਦੀਆਂ ਨਾਲੀਆਂ ਤੇ ਸਾਜ਼ਾਂ ਦੀਆਂ ਤਾਰਾਂ ਤੋਂ ਪ੍ਰਕਾਸ਼ ਪੈਂਦੀ ਹੈ, ਕਦੇ ਮੈਦਾਨ ਜੰਗ ਦੇ ਗੋਲਿਆਂ ਵਿੱਚੋਂ ਕੂਕ ਦੇ ਜਾਂਦੀ ਹੈ, ਕਦੇ ਸੰਗਮਰਮਰ, ਕਦੇ ਇੱਟ ਚੂਨੇ ਕਾਠ ਲੋਹੇ ਵਿੱਚੋਂ ਪ੍ਰਗਟਦੀ ਹੈ, ਕਦੇ ਗੱਤੇ ਕਾਗਜ਼ ਰੰਗ ਵਿੱਚੋਂ ਤੇ ਕਦੇ ਅੱਖਰ ਵਾਕ ਤੇ ਭਾਵਾਂ ਵਿੱਚੋਂ ਪਈ ਦਰਸ਼ਨ ਦਿੰਦੀ ਹੈ। ਪਰ ਅਕਾਲ ਪੁਰਖ ਨੇ ਸਾਰੀਆਂ ਹੀ ਸੁੰਦਰਤਾਵਾਂ, ਸਭ ਸੰਸਾਰ ਦਾ ਰੁੱਖ ਉਸ ਇਲਾਹੀ ਜੋਤ ਵੱਲ ਕਰ ਦਿੱਤਾ, ਜਿਸ ਦਾ ਨੂਰ ਦੇਖੋਂ ਹੀ ਨਹੀਂ ਦੇਖ ਹੁੰਦਾ ਸੀ। ਅੱਜ ਇਹ ਖੁਸ਼ੀਆਂ ਨਾਲ ਵਿਆਹਿਆ ਸ਼ੁਕਰ ਸਾਨੂੰ ਵੀ ਖਿੱਚਣ ਲੱਗਾ ਤੇ ਪੂਰੇ ਵੱਲ ਧੂਣ ਲੱਗਾ ਹੈ। ਇਸ ਦੀਆਂ ਤਿੱਖੇ ਤੇਜ ਦੀਆਂ ਪਰ ਪਿਆਰੀਆਂ ਢਲਕਾਂ ਪੂਰੇ ਵੱਲ ਨੂੰ ਖਿੱਚਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਬਾਲ ਰੂਪ ਵਿੱਚ ਕਿਸ ਦਾ ਉਧਾਰ ਕਰ ਰਹੇ ਹਨ, ਆਓ ਅਸੀਂ ਅੱਜ ਸਰਵਣ ਕਰ ਰਹੇ ਹਾਂ। ਗੰਗਾ ਦਾ ਰਮਣੀਕ ਕਿਨਾਰਾ, ਸਵਾ ਕੱਚਾ ਵਰਗਾ ਗੰਗਾ ਦੇ ਨਿੱਤਰੇ ਪਾਣੀ ਦਾ ਡੱਲ ਚੁੱਪ-ਚਾਪ ਵਗ ਰਿਹਾ ਹੈ। ਮੀਲਾਂ ਦਾ ਪਿਹਨ ਹੈ ਜਿਸ ਵਿੱਚ ਪਾਣੀ ਤੇ ਬਰੇਤਾ ਹੈ। ਇੱਕ ਕਿਨਾਰੇ ਲੰਮ-ਸਲੰਮਾ ਨਗਰ ਵਸਦਾ ਹੈ। ਹਾਂਜੀ, ਉਹ ਨਗਰ ਵਸਦਾ ਹੈ ਜਿਸ ਨੂੰ ਸੰਸਾਰ ਦੇ ਇੱਕ ਮਹਾਨ ਪੁਰਸ਼ ਦੇ ਅਵਤਾਰ ਹੋਣ ਦਾ ਫਖਰ ਹੈ, ਜਿਸ ਨੂੰ ਇੱਕ ਸਦਾਚਾਰ ਤੇ ਦੂਸਰੇ ਭਗਤੀ ਦੇ ਦੇਵ ਦੇ ਚਰਨਾਂ ਦੀ ਰੱਜ ਪ੍ਰਾਪਤ ਹੋਣ ਦੀ ਵਡਿਆਈ ਹੈ। ਦੇਖੋ, ਅੰਮ੍ਰਿਤ ਵੇਲੇ ਦੀ ਦਇਆ ਦੇ ਇੱਕ ਪੱਕੇ ਘਾਟ ਪਰ ਚੌਂਕੜੇ ਉੱਤੇ ਕੁਛਾਂ ਦਾ ਆਸਣ ਵਿਛਾਈ ਪਸ਼ਮੀਨੇ ਦੀ ਚਾਦਰ ਦੀ ਬੁੱਕਣ ਮਾਰੀ ਇੱਕ ਸੁਰਤ ਵਿਰਾਜ ਰਹੀ ਹੈ। ਨੈਣ ਬੰਦ ਹਨ ਪਰ ਦਿਲ ਦੇ ਦਰਵਾਜ਼ੇ ਖੁੱਲ੍ਹੇ ਹਨ। ਕੋਈ ਮੋਹਣੀ ਮੂਰਤ ਅੰਦਰ ਆ ਜਾ ਰਹੀ ਹੈ ਤੇ ਖੇਲਾਂ ਕਰ ਰਹੀ ਹੈ। ਪਰ ਕਿਸੇ ਬਾਲਾ ਪ੍ਰੀਤਮ ਦੇ ਪ੍ਰੇਮ ਵਿੱਚ, ਇਸ ਠੰਡ ਵਿੱਚ ਇਕਾਂਤ ਪਰ ਸੁਖਦਾਈ ਟਿਕਾਣੇ ਬੈਠ ਪ੍ਰੇਮ ਦਾ ਰਸ ਲੈ ਰਹੇ ਹਨ। ਅਰਸ਼ਾਂ ਤੋਂ ਨੂਰ ਵਰਸ ਰਿਹਾ ਹੈ, ਤਾਰੇ ਪ੍ਰਕਾਸ਼ ਦਾ ਮੀਂਹ ਵਸਾ ਰਹੇ ਹਨ, ਪਵਨ ਸੰਗੀਤ ਕਰ ਰਹੀ ਹੈ ਤੇ ਗਾ ਰਹੀ ਹੈ, ਪਿੰਨੀ ਰੈਣੜੀਏ ਚਮਕਨ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਵਾਹ ਵਾਹ ਸਵਾਦ, ਰਾਤ ਦੀ ਇਕਾਂਤ ਤੇ ਚੁੱਪ ਦਾ ਸਵਾਦ, ਜਲ ਦੇ ਕਿਨਾਰੇ ਦਾ ਸਵਾਦ, ਮਿੱਠੀ ਪਵਨ ਦਾ ਸਵਾਦ, ਕੁਦਰਤੀ ਨਜ਼ਾਰੇ ਦਾ ਸਵਾਦ। ਸੰਤ ਜਨਾ ਮੇਰੇ ਰਾਮ ਪਿਆਰੇ ਨੂੰ ਕਿਸ ਮੌਜ ਵਿੱਚ ਹੁਲਾਰੇ ਦੇ ਰਹੇ ਹਨ। ਚੌਥੇ ਪਹਿਰ ਸਵਾਹਾ ਕੇ ਸੁਰਤਿਆਂ ਉਪਜੇ ਚਾਓ, ਤਿਨਾਂ ਦਰਿਆਵਾਂ ਸਿਉ ਦੋਸਤੀ ਮਨਮੁਖ ਸਾਚਾ ਨਾਓ। ਪੂਰੇ ਵੱਲੋਂ ਹੁਣ ਹੋਰ ਚਾਨਣਾ ਆਉਣ ਲੱਗਣ ਲੱਗਾ ਹੈ। ਸ਼ਹਿਰ ਵੱਲੋਂ ਇੱਕ ਦੰਪਤੀ ਆ ਰਹੇ ਹਨ। ਇਹ ਘਾਟ ਪਰ ਉਤਰੇ ਔਰ ਉਸ ਸਮਾਧੀ ਸਥਿਤ ਸੱਜਣ ਦੇ ਸਾਹਮਣੇ ਆ ਬੈਠੇ। ਕੁਝ ਇਲਾਚੀਆਂ ਅੱਗੇ ਧਰੀਆਂ, ਬੜੇ ਅਦਬ ਨਾਲ ਮੱਥਾ ਟੇਕਿਆ ਤੇ ਫਿਰ ਥੋੜ੍ਹੀ ਬਿੱਥ ਤੇ ਨਿਮਰਤਾ ਨਾਲ ਹੱਥ ਜੋੜ ਕੇ ਬੈਠ ਗਏ। ਕੁਝ ਚਿਰ ਪਿੱਛੋਂ ਸਮਾਧੀ ਸਥਿਤ ਸੱਜਣ ਦੇ ਨੈਣ ਖੁੱਲੇ, ਨੈਣ ਜੋ ਪ੍ਰੇਮ ਰੰਗ ਦੇ ਭਰੇ ਹੋਏ ਸਨ। ਉਹਨਾਂ ਦੋਹਾਂ ਤੇ ਆਪਣੀ ਪਿਆਰੀ ਨਜ਼ਰ ਪਾਉਂਦੇ ਹੀ ਦੋਹਾਂ ਨੂੰ ਮੋਹਿਤ ਕਰਕੇ ਫਿਰ ਚਰਨੀ ਨਿਵਾ ਗਏ। ਸਮਾਧੀ ਵਾਲੇ ਸੱਜਣ ਨੇ ਅਸ਼ੀਰਵਾਦ ਕਹੀ ਤੇ ਐਤਕੀ ਸਵੇਰੇ ਆਉਣ ਦਾ ਕਾਰਨ ਪੁੱਛਿਆ, ਜਿਸ ਦਾ ਉੱਤਰ ਉਸ ਨਵੇਂ ਆਏ ਸੱਜਣ ਨੇ ਇਹ ਦਿੱਤਾ, ਹੇ ਭਗਵਾਨ,
आप राजा होण करके सत्कारयोग हो और ब्राह्मण होण करके पूज्यो हो ते ईश्वर परायण हो जाण करके प्यारे हो। मैं अतिथि हो के आप दे द्वारे आया हाँ। ब्राह्मण आप जी राजा हो, मेरे सत्कारयोग हो, ऐसे वाक ना कहिए। उस समाधि स्थित ब्राह्मण बोले, आप भी राजा हो, मेरे सत्कारयोग हो, ऐसे वाक ना कहिए। नवा आया जोड़ा बोलिया, हे पंडित ते श्रोमणी जी, पंडित शिवदत्त जी, आप पूज्यो हो, आप ब्राह्मण कुल दे चूड़ामणि हो, मैं क्षत्रिय हाँ, अतिथि हो के इसलिए आया हाँ कि मेरे घर वंश नहीं है, राज भाग दे संभालने वाला कोई नहीं है। आप दी असीस करके अनेकां दे घर संतान हुई है। मेरे पर भी त्रुठे हो और एक पुत्र दा दान दिओ। शिवदत्त ब्राह्मण जी बोले, राजा फतेह चंद मैणी जी, आप दा आउणा मेरे सिर मੱਥੇ उत्ते है, पर ਇਹ ਆਪ ਨੂੰ ठीक खबर नहीं मिली कि पुत्र दान मैं कीते ਹਨ। ਫਤਿਹ ਚੰਦ ਸ਼੍ਰੀ ਜੀ ਫਲਦਾਰ ਬ੍ਰਿਕਸ਼ ਨਿਆਉਂਦੇ ਹਨ, ਵੱਡੇ ਸਦਾ ਨਿਮਰਤਾ ਕਰਦੇ ਹਨ, ਪਰ ਸ਼੍ਰੀ ਜੀ ਜਿਸ ਤਰ੍ਹਾਂ ਜਗਤਾ ਸੇਠ ਔਰ ਅਨੇਕਾਂ ਹੋਰਨਾਂ ਪਰ ਤਰੁੱਠੇ ਹਨ, ਮੇਰੇ ਪਰ ਵੀ ਤਰੁੱਠ ਪੈਣਾ, ਕੇਵਲ ਇੱਕ ਪੁੱਤਰ ਦੀ ਦਇਆ ਦਾਨ ਦੇਣਾ, ਔਰ ਇਸ ਲਈ ਮੈਂ ਆਪ ਦੀ ਸ਼ਰਨ ਆਇਆ ਹਾਂ। शिवदत्त पंडित बोलिया, हे राजा, हे मेरे मित्र, हे सत्कारयोग सज्जन, ये कौतक ईश्वर आप कर रहा है, ये जहरी कला उसकी ही वरत रही है। मैं की कहाँ, वो आप आया हुआ है, आप चोज कर रहा है। फतेह चंद बोलिया, पर थोड़ी रसना ते ही बैठ के करता है। समाधि स्थित शिवदत्त बोले, आप शरीर धार के कर रहे हो, मैनू तां तुसी दर्शना नाल ही निहाल कर दिता है। सच जानो मैं टाल नहीं रहा, मेरा विश्वास दृढ़ विश्वास ये है कि आत्म मंडलां दी ओ जोत जो कदे गिललानी भाई ते संसार खाया नू आया करती सी, आई हुई है। मैं पतिए ले हन, जो संकल्प धारे पूरे होए हन। जे मैं इस किनारे ये सोच के बैठा हाँ कि राम रूप हो के दिसे, तां उस दिन राम रूप हो के ही दिसे। जे कृष्ण रूप चाया तां इहो रूप वाले हो गए। जे बुद्ध भगवान दा रूप चाया तां बुद्ध दी सूरत हो गए। इहो तार लिया जो मेरे मन ने चाया, सो कहा सो हो गया। अपने आप ओ जो सैनत मार गए, सो कर गए, कलेजा कट लै गए। मैं हुण 8 पैर उन्हां दी सुंदर मूर्ति दी छवि विच मगन हाँ। इहो मेरी समाधि है, इहो मेरा तप है। वेख पूरे वलों सूरज चढ़ रहा है, ते देख सूरज दी टिक्की ते मेरा बाला प्रीतम जी तीर कमान खिंची खड़े हन। प्यारे मित्र शरण लवे तां पुत्र की लोक परलोक मिल जाएगा। ये कह के पंडित जी दे नैण विचों नीर बह तुरिया, शरीर कंब गया और प्यारे दी खिच विच मगन हो गए। चिर मगरों नैण खुले। फतेह चंद भगवान किरपा करो, फिर इस दास ते दासी नूं उन्हां दे चरण कमलां पर लिटा दिओ। शिवदत्त बोले, मित्र जी ये रस्ते दी गल है, तुसीं अपने घर बैठो, दिन रात ध्यान रखो, जगत रख्याकक स्वामी दे दर्शन होणगे। केवल ध्यान करो, प्रेम नाल ख्याल करो, खिच दी लो लाओ, सिख उपजेगा, प्यार मूलेगा। जिस तरह मैं गंगा दे किनारे भगवान दा ध्यान ला के बैठदा सां, तां एक दिन वो भगवान बाल रूप विच साक्षात मेरे सामने आ गए। जे मैं सोचिया कृष्ण होण तां कृष्ण बन गए,
ਜੇ ਮੈਂ ਸੋਚਿਆ ਮਰਿਆਦਾ ਪੁਰਸ਼ੋਤਮ ਰਾਮ ਹੁਣ ਤਾਂ ਰਾਮ ਬਣ ਗਏ, ਜੋ ਰੂਪ ਚਾਹਿਆ ਉਹੀ ਬਣ ਗਏ ਤੇ ਮੈਨੂੰ ਨਿਹਾਲ ਕਰ ਗਏ। ਆਪਣੇ ਆਪ ਉਹ ਜੋ ਸੈਨਤ ਮਾਰ ਗਏ, ਸੋ ਕਰ ਗਏ ਕਲੇਜਾ ਕੱਢ ਲੈ ਗਏ। ਮੈਂ ਹੁਣ 8 ਪੈਰ ਉਹਨਾਂ ਦੀ ਸੁੰਦਰ ਮੂਰਤੀ ਦੀ ਛਵੀ ਵਿੱਚ ਮਗਨ ਹਾਂ। ਇਹੋ ਮੇਰੀ ਸਮਾਧੀ ਹੈ, ਇਹੋ ਮੇਰਾ ਤਪ ਹੈ। ਇਹੋ ਲਫ਼ਜ਼ ਕਹਿ ਕੇ ਪੰਡਿਤ ਜੀ ਫਿਰ ਅੱਖਾਂ ਬੰਦ ਕਰਕੇ ਆਪਣੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਵਿੱਚ ਲੀਨ ਹੋ ਗਏ ਤੇ ਉਹਨਾਂ ਦੀ ਸਮਾਧੀ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਜੀ ਬਾਲ ਰੂਪ ਵਿੱਚ ਆ ਗਏ। ਇਸ ਤਰ੍ਹਾਂ ਗੁਰੂ ਜੀ ਨੇ ਪੰਡਿਤ ਸ਼ਿਵਦੱਤ ਦੀ ਮਨੋਕਾਮਨਾ ਪੂਰਨ ਕਰਕੇ ਉਸ ਨੂੰ ਨਿਹਾਲ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।